ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स। मैं सारे ਜਿਹੜੇ ਮੇਰੇ ਕੁਲੀਗਸ ਹੈ ਜਾਂ ਸਬਆਰਡੀਨੇਟਸ ਹੈ ਜਾਂ ਹੋਰ ਜਨਰਲ ਪਬਲਿਕ ਹੈ ਉਹ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਕੋਵਿਡ-19 ਦਾ ਜਿਹੜਾ ਪ੍ਰਕੋਪ ਹੈ ਬਹੁਤ ਜ਼ਿਆਦਾ ਜਿਵੇਂ ਦਿਨ ਬ ਦਿਨ ਵੱਧ ਰਿਹਾ ਹੈ ਔਰ ਪੀਕ ਆ ਰਹੀ ਹੈ ਤਾਂ ਇਹਦੇ ਤੋਂ ਸਾਨੂੰ ਕੀ ਪ੍ਰੀਕਾਸ਼ਨ, ਕਿਉਂਕਿ ਮੈਂ ਖੁਦ ਇਹਦਾ ਪੇਸ਼ੈਂਟ ਰਹਿ ਚੁੱਕਿਆ ਔਰ ਇਸ ਚੋਂ ਨਿਕਲ ਚੁੱਕਿਆ, ਤਾਂ ਇਸ ਕਰਕੇ ਜੋ ਮੈਨੂੰ ਐਕਸਪੀਰੀਅੰਸ ਕੀਤਾ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਅੱਜ ਸ਼ੇਅਰ ਕਰਨਾ ਚਾਹੁੰਦਾ। ਤਾਂ ਇਹਦੇ 'ਚ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਜੀ, ਪਹਿਲੇ ਸਭ ਤੋਂ ਪਹਿਲ ਦੇ ਆਧਾਰ 'ਤੇ ਕਿ ਆਪਾਂ ਜਿੰਨੀ ਪ੍ਰੀਕਾਸ਼ਨ ਇਹਦੀ ਲੈ ਲਈਏ ਕਿ ਪਬਲਿਕਲੀ ਜਦੋਂ ਆਪਾਂ ਮੂਵ ਕਰਦੇ ਹਾਂ ਮਾਸਕ ਤੋਂ ਬਿਨਾ ਮੂਵ ਨਹੀਂ ਕਰਨਾ, ਜਦੋਂ ਆਫਿਸ ਬੈਠੇ ਹਾਂ ਉਦੋਂ ਵੀ ਮਾਸਕ ਹਰ ਵੇਲੇ ਆਪਣੇ ਮੂੰਹ 'ਤੇ ਹੋਣਾ ਚਾਹੀਦਾ ਐਂਡ ਉਸ ਤੋਂ ਬਾਅਦ ਗਲਵਜ਼ ਪਾ ਕੇ, ਕਿਉਂਕਿ ਸਰਫੇਸ ਦੇ ਉੱਤੇ ਵੀ ਕੰਟੈਮੀਨੇਸ਼ਨ ਹੁੰਦੀ ਹੈ ਤਾਂ ਕਿਸੇ ਵੀ ਸਰਵਿਸ ਨੂੰ ਆਪਾਂ ਟੱਚ ਕਰਦੇ ਹਾਂ, ਜਿਵੇਂ ਸਾਡੀ ਜੌਬ ਪ੍ਰੋਫਾਈਲ ਹੈ, ਅਸੀਂ ਪਬਲਿਕ ਡੀਲਿੰਗ ਸਾਡੇ 'ਚ ਹੈ, ਅਸੀਂ ਪੇਪਰਸ ਵੀ ਟੱਚ ਕਰਨੇ ਹੈ ਪਬਲਿਕ ਦੇ, ਕਿਉਂਕਿ ਅਸੀਂ ਹੈਲਪ ਆਊਟ ਨਹੀਂ ਕਰ ਸਕਦੇ ਕਿ ਅਸੀਂ ਬਿਨਾਂ ਕੋਈ ਇਹੋ ਜਿਹਾ ਕੰਮ ਅਵੋਇਡ ਨਹੀਂ ਕਰ ਸਕਦੇ। ਤਾਂ ਇਸ ਕਰਕੇ ਪ੍ਰੀਕਾਸ਼ਨਸ ਜਿਹੜੀਆਂ ਅਟਮੋਸਟ ਪ੍ਰੀਕਾਸ਼ਨਸ ਲੈਣੀ ਚਾਹੀਦੀ ਹੈ। ਕਿਤੇ ਕਿਸੇ ਵਿਆਹ ਸ਼ਾਦੀ ਪਾਰਟੀ ਜਾਂ ਕੁਝ ਐਸੇ ਹੈ ਉੱਥੇ ਵੀ ਸੋਸ਼ਲ ਡਿਸਟੈਂਸਿੰਗ ਟੋਟਲ ਮੇਨਟੇਨ ਹੋਣੀ ਚਾਹੀਦੀ ਹੈ ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਾਤਵਿਕ ਜਿਹਾ ਭੋਜਨ ਜਿਹੜਾ ਘਰ ਬਣੇ ਤੁਸੀਂ ਉਹੀ ਖਾਓ, ਔਰ ਜੇ ਅਗਰ ਕੋਈ ਜ਼ਿਆਦਾ ਮਜਬੂਰੀ ਨਹੀਂ ਹੈ ਤਾਂ ਕਿਉਂਕਿ ਬਾਹਰ ਕੋਈ ਨਾ ਕੋਈ ਕੰਟੈਮੀਨੇਸ਼ਨ ਹੈਗੀ ਹੈ ਜਾਂ ਪੈਕੇਜ ਫੂਡ ਲੈ ਲਓ ਜਾਂ ਕੁਝ ਲੈ ਲਓ, ਤਾਂ ਉਹ ਕੁਝ ਚੰਦ ਇੱਕ ਪ੍ਰੀਕਾਸ਼ਨਸ ਹੈਗੀਆਂ ਜਿਹੜੀਆਂ ਜ਼ਰੂਰੀ ਹੈ। ਤਾਂ ਜਿਵੇਂ ਮੇਰੇ ਨਾਲ ਹੋਇਆ, ਮੈਂ ਮੇਰਾ ਜਿਹੜਾ ਆਫਿਸ ਆਰਡਰਲੀ ਸੀਗਾ ਉਹਨੂੰ ਇਨਫੈਕਟਡ ਸੀਗਾ ਐਂਡ ਇੱਕ ਤਾਂ ਕਲੋਜ਼ਡ ਇਨਵਾਇਰਨਮੈਂਟ ਜਿਹੜੀ ਹੈਗੀ ਹੈ ਏਸੀ ਦੀ ਹਵਾ ਨਾਲ ਔਰ ਏਸੀ ਦੇ ਵਿੱਚ ਸਰਕੂਲੇਟ ਕਰਦਾ, ਤਾਂ ਉਸ ਸਰਕੂਲੇਸ਼ਨ ਦੇ ਨਾਲ ਹੀ ਮੈਂ ਫਸ ਗਿਆ ਕਿ ਜਿਵੇਂ ਤੁਸੀਂ ਕਈ ਵਾਰੀ ਆਫਿਸ 'ਚ ਇਕੱਲੇ ਬੈਠੇ ਹੋ ਮਾਸਕ ਉਤਾਰ ਦਿੰਦੇ ਹੋ, ਤਾਂ ਮੇਰੀ ਸਾਰਿਆਂ ਨੂੰ ਤੁਹਾਨੂੰ ਇਹੀ ਰਾਏ ਹੈ ਕਿ ਤੁਸੀਂ ਉਹ ਮਾਸਕ ਉਤਾਰਨਾ ਨਹੀਂ ਹੈ ਔਰ ਉਹ ਮਾਸਕ ਨੂੰ ਪਾ ਕੇ ਰੱਖਣਾ ਹਰ ਵੇਲੇ, ਚਾਹੇ ਆਫਿਸ 'ਚ ਬੈਠੇ ਹੋ ਇਕੱਲੇ ਬੈਠੇ ਹੋ ਤਾਂ ਵੀ ਤੁਹਾਨੂੰ ਖਤਰਾ ਉਨਾ ਹੀ ਹੈ ਜਿੰਨਾ ਕਿ ਕੋਈ ਆ ਕੇ ਤੁਹਾਡੇ ਕੋਲ ਬੈਠ ਜਾਂਦਾ। ਇਹਦਾ ਅਲੱਗ-ਅਲੱਗ ਬਾਡੀ ਤੇ ਅਲੱਗ-ਅਲੱਗ ਸਿੰਪਟਮਸ ਆਉਂਦੇ ਆ, ਕੋਈ ਇਹ ਨਹੀਂ ਕਹਿ ਸਕਦਾ ਜੀ ਕਿ ਇਹ, ਪਰ ਮੋਸਟ ਕਾਮਨ ਜਿਹੜੇ ਸਿੰਪਟਮਸ ਇਹਦੇ ਹੈਗੇ ਆ ਉਹ ਹੈਗਾ ਟੈਂਪਰੇਚਰ ਹੋਣਾ ਤੇ ਗਲੇ 'ਚ ਖਰਾਸ਼ ਹੋਣੀ ਜਾਂ ਗਲੇ 'ਚ ਇਰੀਟੇਸ਼ਨ ਹੋਣੀ, ਔਰ ਪਰ ਕਈ ਕੇਸਾਂ 'ਚ ਮੈਂ ਕਿਉਂਕਿ 2-3 ਦਿਨ ਹਸਪੀਟਲ ਵੀ ਰਹਿ ਕੇ ਆਇਆ ਤਾਂ ਉੱਥੇ ਵੀ ਮੈਨੂੰ ਇਹ ਪਤਾ ਲੱਗਿਆ ਕਿ ਕਈ ਕੇਸਿਸ ਦੇ ਵਿੱਚ ਜਿਹੜਾ ਹੈਗਾ ਡਾਇਰੀਆ ਹੋ ਗਿਆ, ਕਿਸੇ ਨੂੰ ਹੈਡੇਕ ਹੋ ਗਿਆ ਐਂਡ ਤੋ ਜਿਹੜਾ ਮੇਰੇ ਨਾਲ ਪਰਸਨਲ ਐਕਸਪੀਰੀਅੰਸ ਹੋਇਆ ਉਹ ਇਹ ਹੋਇਆ ਕਿ ਮੇਰੀਆਂ ਬਾਡੀ ਏਕ ਹੋਈ, ਲੈਗਸ 'ਚ ਪੇਨ ਹੋਈ ਐਂਡ ਹਲਕੀ ਜੀ ਗਲੇ 'ਚ ਖਰਾਸ਼ ਸੀ ਔਰ ਕਫ ਜਿਹੜੀ ਸੀਗੀ ਡਰਾਈ ਕਫ ਹੁੰਦੀ ਰਹੀ। ਤਾਂ ਉਸ ਤੋਂ ਬਾਅਦ ਮੈਂ 2 ਦਿਨ ਵੇਟ ਕੀਤੀ, 2 ਦਿਨ ਮੈਡੀਕੇਸ਼ਨ ਜਿਹੜੀ ਐਂਟੀਬਾਇਓਟਿਕ ਵਗੈਰਾ ਵੈਸੇ ਡਾਕਟਰਸ ਤੋਂ ਲੈਂਦਾ ਰਿਹਾ। ਤਾਂ ਮੰਡੇ ਨੂੰ ਮੈਂ ਜਿਹੜਾ ਸੀਗਾ 22 ਜੂਨ ਨੂੰ ਮੈਂ ਟੈਸਟ ਕਰਾਇਆ, ਜਿਹਦੀ ਰਿਪੋਰਟ ਮੈਨੂੰ 25 ਜੂਨ ਨੂੰ ਮਿਲੀ, ਜਿਸ 'ਚ ਮੈਂ ਕਰੋਨਾ ਪੋਜ਼ਿਟਿਵ ਮੇਰਾ ਆ ਗਿਆ। ਤਾਂ ਇਮੀਡੀਏਟਲੀ ਮੈਂ ਸ਼ਾਮ ਨੂੰ ਹਸਪੀਟਲ ਐਡਮਿਸ਼ਨ ਲੈ ਲਈ। ਉਹਦਾ ਇੱਕ ਕਾਰਨ ਇਹ ਸੀ ਕਿ ਮੈਂ ਇਹ ਚਾਹੁੰਦਾ ਸੀ ਬਿਕੋਜ਼ ਮੇਰੀ ਜਿਹੜੀ ਏਜ ਸੀਗੀ ਉਹ ਮੇਰੀ ਫੇਵਰ 'ਚ ਨਹੀਂ ਸੀ, ਬਿਕੋਜ਼ 45 ਤੋਂ ਉੱਤੇ ਰਿਸਕ ਜ਼ਿਆਦਾ ਹੁੰਦਾ, ਤਾਂ ਸਿੰਸ ਆਈ ਵਾਜ਼ 54 ਈਅਰਸ ਤਾਂ ਮੈਂ ਇਹ ਠੀਕ ਸਮਝਿਆ ਕਿ ਜੋ ਰਾਏ ਕੀਤੀ ਡਾਕਟਰਸ ਨੇ ਸਲਾਹ ਦਿੱਤੀ ਕਿ ਤੁਸੀਂ ਇੱਕ ਵਾਰ ਆ ਕੇ ਆਪਣੀ ਸਾਰੀ ਇਨਵੈਸਟੀਗੇਸ਼ਨਸ ਕਰਵਾ ਜਾਓ। ਇਹਦੇ ਲਈ ਮੈਂ ਇੱਕ ਹੋਰ ਜ਼ਰੂਰੀ ਚੀਜ਼ ਸਾਂਝੀ ਕਰਨਾ ਚਾਹਾਂਗਾ। ਕਈ ਲੋਕਾਂ ਦੇ ਨਾ ਮਨ 'ਚ ਵਹਿਮ ਹੈਗਾ ਕਿ ਪਤਾ ਨਹੀਂ ਅਸੀਂ ਹਸਪੀਟਲ ਕਿਉਂ ਜਾਈਏ, ਹਸਪੀਟਲ ਪਤਾ ਨਹੀਂ ਸਾਡਾ ਕਿਵੇਂ ਦਾ ਹੋਏਗਾ, ਉੱਥੇ ਹੋਰ ਨਾ ਸਾਨੂੰ ਹੋ ਜੇ ਵਾਇਰਸ, ਹੋਰ ਨਾ ਹੋ ਜੇ, ਹੋਰ ਬਿਮਾਰੀ ਨਾ ਲੱਗ ਜੇ। ਪਰ ਮੈਂ ਇੱਥੇ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਨੂੰ ਵੀ ਇਹੀ ਐਡਵਾਈਸ ਕੀਤਾ ਸੀ ਕਿ ਤੁਸੀਂ ਘਰ ਰਹਿ ਲਓ, ਪਰ ਮੈਂ ਆਪਦੀ ਮਰਜ਼ੀ ਆਪਦੀ ਦਿਲ ਦੀ ਸੁਣੀ ਔਰ ਮੈਂ ਹਸਪੀਟਲ ਗਿਆ, ਕਿਉਂਕਿ ਹਸਪੀਟਲ ਜਾ ਕੇ ਤੁਹਾਨੂੰ ਇੱਕ ਇਹ ਤਸੱਲੀ ਰਹਿੰਦੀ ਹੈ ਕਿ 2-3 ਦਿਨ ਜਿਹੜੇ ਤੁਹਾਡੇ ਪਹਿਲੇ ਸ਼ੁਰੂ ਦੇ ਜਾਂ 4 ਦਿਨ ਜਾਂ 1 ਵੀਕ ਜਿਹੜਾ ਪਹਿਲਾ ਹਫਤਾ ਹੁੰਦਾ ਉਹ ਬਹੁਤ ਹੀ ਕ੍ਰੂਸ਼ੀਅਲ ਹੁੰਦਾ ਔਰ ਉਹਦੇ ਵਿੱਚ 2-3 ਦਿਨ ਤਾਂ ਤੁਹਾਡੇ ਨਿਕਲ ਜਾਂਦੇ ਟੈਸਟ ਦੀ ਰਿਪੋਰਟ ਆਉਣ ਨੂੰ ਜਦੋਂ ਤੁਸੀਂ ਇਨਫੈਕਟ ਹੁੰਦੇ ਹੋ। ਤੇ 3-4 ਦਿਨ ਲਈ ਅਗਰ ਹਸਪੀਟਲਾਈਜੇਸ਼ਨ ਹੋ ਵੀ ਜਾਵੇ, ਇਹ ਵੈਸੇ ਇੰਡੀਵਿਜੂਅਲ ਡਿਸੀਜਨ ਹੈ, ਮੈਂ ਕਿਸੇ ਤੇ ਬਾਈਂਡ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇੱਕ ਰਾਏ ਦੇ ਰਿਹਾ ਆਪਣੀ ਜੋ ਮੇਰੀ ਪਰਸਨਲ ਹੈ ਕਿ ਅਗਰ 2-3 ਦਿਨ ਤੁਸੀਂ ਹਸਪੀਟਲ ਜਾ ਕੇ ਇਨਵੈਸਟੀਗੇਸ਼ਨ ਕਰਾ ਲੈਂਦੇ ਹੋ
ਜਾਂ ਕਿਸੇ ਸੈਂਟਰ 'ਚ ਜਿਹੜੇ ਗਵਰਨਮੈਂਟ ਦੇ ਸੈਂਟਰ ਹੈ ਉੱਥੇ ਜਾ ਕੇ ਤੁਸੀਂ ਇਨਵੈਸਟੀਗੇਸ਼ਨਸ ਕਰਾ ਲੈਂਦੇ ਹੋ ਔਰ ਡਾਕਟਰਸ ਤੁਹਾਨੂੰ ਕਲੀਨ ਚਿੱਟ ਦੇ ਦਿੰਦੇ ਆ ਹੋਮ ਕੁਆਰੰਟਾਈਨ ਲਈ, ਤਾਂ ਕਾਈਂਡਲੀ ਉਦੋਂ ਹੀ ਹੋਮ ਕੁਆਰੰਟਾਈਨ ਹੋਵੋ। ਹਾਂ, ਅਗਰ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਕੋਈ ਸਿੰਪਟਮ ਨਹੀਂ ਹੈ ਤਾਂ ਵੀ ਤੁਸੀਂ ਜ਼ਰੂਰ ਇੱਕ ਵਾਰ ਉਸ ਸੈਂਟਰ 'ਚ ਜਾ ਕੇ ਪੁੱਛ ਕੇ ਡਾਕਟਰਸ ਦੀ ਰਾਏ ਦੇ ਨਾਲ ਹੀ ਹੋਮ ਕੁਆਰੰਟਾਈਨ ਹੋਵੋ, ਕਿਉਂਕਿ ਹਸਪੀਟਲ ਜਾ ਕੇ ਇੱਕ ਤਸੱਲੀ ਜੀ ਹੋ ਜਾਂਦੀ ਹੈ, ਇਨਵੈਸਟੀਗੇਸ਼ਨਸ ਹੋ ਗਈਆਂ, ਇਹ ਹੋ ਗਈਆਂ ਕਿ ਨਥਿੰਗ ਟੂ ਵਰੀ, ਯੂ ਕੈਨ ਬੀ ਐਟ ਹੋਮ, ਔਰ ਤੁਸੀਂ ਘਰੇ ਰਹਿ ਕੇ ਪੂਰਾ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ। ਉਹ ਇੱਕ ਤਸੱਲੀ ਜੀ ਮਨ 'ਚ ਹੋ ਜਾਂਦੀ ਹੈ ਜਿਹੜੀ ਤੁਹਾਨੂੰ ਇਸ ਜਿਵੇਂ ਇੱਕ ਕਰੋਨਾ ਦਾ ਹਊਆ ਬਣਿਆ ਹੋਇਆ ਉਸ ਨੂੰ ਓਵਰਪਾਵਰ ਕਰਨ ਲਈ ਬਹੁਤ ਵੱਡੀ ਜਿਹੜੀ ਹੈਗੀ ਹੈ ਸਹਾਇਤਾ ਕਰਦੀ ਹੈ। ਔਰ ਮੈਂ 3 ਰਾਤਾਂ ਮੈਂ ਹਸਪੀਟਲ 'ਚ ਰਿਹਾ, ਉੱਥੇ ਉਹਨਾਂ ਨੇ ਬਲੱਡ ਟੈਸਟ ਕੀਤੇ, ਐਕਸ-ਰੇਜ਼ ਕੀਤੇ 2-3 ਵਾਰ ਮੇਰੇ, ਐਂਡ ਬਲੱਡ ਥਿਨਰ ਦੇ ਦਿੱਤੇ, ਇੰਜੈਕਸ਼ਨਸ, ਪਲੱਸ ਉਹਨਾਂ ਨੇ ਮੈਨੂੰ ਕੁਝ ਮੈਡੀਕੇਸ਼ਨ ਸਪਲੀਮੈਂਟਸ ਦਿੱਤੇ, ਬਿਕੋਜ਼ ਇਹਦੇ 'ਚ ਕੋਈ ਵੀ ਮੈਡੀਸਨ ਹਜੇ ਤੱਕ ਨਹੀਂ ਹੈ। ਤੋ ਇਹ ਅਲੱਗ-ਅਲੱਗ ਹਸਪੀਟਲ ਦੀ ਆਪਣੀ ਆਪਣੀ ਥਿਊਰੀ ਹੈ, ਕੋਈ ਕਿਸੇ ਤਰ੍ਹਾਂ ਟ੍ਰੀਟਮੈਂਟ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੇ ਰਿਹਾ, ਉਹ ਵੀ ਇੱਕ ਸੈੱਟ ਪੈਟਰਨ ਨਹੀਂ ਹੈ ਕਿ ਕੀ ਟ੍ਰੀਟਮੈਂਟ ਇਹਦੇ 'ਚ ਦੇਣੀ ਹੈ। ਤੋ ਉਹਨਾਂ ਨੇ ਜਦੋਂ ਸਾਰੀ ਉਹਨਾਂ ਨੇ ਈਵਨ ਸਿਟੀ ਸਕੈਨ ਵੀ ਕੀਤਾ, ਐਂਡ ਜਦੋਂ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਮੇਰੇ ਕਿਤੇ ਲੰਗਸ ਵਗੈਰਾ 'ਚ ਕੋਈ ਇਨਫੈਕਸ਼ਨ ਨਹੀਂ ਆਈ ਹੈ, ਤਾਂ ਉਹਨਾਂ ਨੇ ਮੈਨੂੰ ਕਹਿਤਾ ਕਿ ਤੁਸੀਂ ਹੋਮ ਕੁਆਰੰਟਾਈਨ ਹੋ ਜਾਓ। ਤੇ ਉਸ ਤੋਂ ਬਾਅਦ ਮੈਂ 28 ਤਰੀਕ ਨੂੰ ਆਪਣੇ ਘਰ ਵਾਪਸ ਆ ਗਿਆ, ਔਰ ਘਰ ਵਾਪਸ ਆ ਕੇ ਜਿਹੜੀਆਂ ਅੱਗੇ ਪ੍ਰੀਕਾਸ਼ਨਸ ਵਗੈਰਾ ਰੱਖਣੀਆਂ ਜਾਂ ਕੀ ਆਪਾਂ ਡਾਈਟ ਲੈਣੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਕਿ ਘਰ ਆਉਣ ਤੋਂ ਬਾਅਦ ਇੱਕ ਤਾਂ ਮੈਂ ਸੈਪਰੇਟ ਫੈਮਿਲੀ ਤੋਂ ਬਿਲਕੁਲ ਅਲੱਗ ਰੂਮ ਕਾਫੀ ਦੂਰ ਆਪਣਾ ਰੱਖ ਲਿਆ, ਐਂਡ ਉਹਦੇ 'ਚ ਡਿਸਪੋਜ਼ੇਬਲ ਜਿਹੜੇ ਯੂਟੈਂਸਿਲਸ ਆਉਂਦੇ ਆਪਣੇ ਪਲਾਸਟਿਕ ਦੇ ਜਾਂ ਥਰਮੋਕੋਲ ਦੇ, ਉਹ ਯੂਜ਼ ਕਰਨੇ ਸ਼ੁਰੂ ਕਰਤੇ, ਆਪਣਾ ਗਾਰਬੇਜ ਬੈਗ ਅਲੱਗ ਰੱਖ ਲਿਆ। ਐਂਡ ਮੇਰੇ ਖਿਆਲ ਕਾਰਪੋਰੇਸ਼ਨ ਨੇ ਜਾਂ ਕੁਝ, ਮੈਂ ਤਾਂ ਆਪਣਾ ਪ੍ਰਾਈਵੇਟ ਅਰੇਂਜਮੈਂਟ ਕਰ ਲਿਆ ਸੀ, ਬਟ ਮੈਨੂੰ ਪਤਾ ਲੱਗਿਆ ਕਿ ਕਾਰਪੋਰੇਸ਼ਨ ਨੇ ਕੋਈ ਏਜੰਸੀ ਵੀ ਇੰਗੇਜ ਕੀਤੀ ਹੋਈ ਹੈ, ਜਿਹੜੇ ਪੋਜ਼ਿਟਿਵ ਪੇਸ਼ੈਂਟਸ ਹੋਮ ਕੁਆਰੰਟਾਈਨ ਹੈਗੇ ਆ ਉਹਨਾਂ ਦਾ ਗਾਰਬੇਜ ਵਗੈਰਾ ਉਹ ਪਿਕ ਕਰ ਲੈਂਦੇ ਘਰ ਤੋਂ। ਤੇ ਰੋਜ਼ ਇੱਕ ਵਾਰ ਦਿਨ 'ਚ ਆ ਕੇ ਟੀਮ ਜਿਹੜੀ ਸੀਗੀ ਮੈਂ ਹਾਇਰ ਕੀਤੀ ਸੀ, ਉਹ ਸੈਨੀਟਾਈਜ਼ ਕਰ ਜਾਂਦੀ ਸੀ ਮੇਰਾ ਰੂਮ ਔਰ ਘਰ ਦੇ ਵਿੱਚ, ਐਂਡ ਸੈਕੰਡ ਮੇਰਾ ਜਿਹੜਾ ਗਾਰਬੇਜ ਵਗੈਰਾ ਉਹ ਲੈ ਜਾਂਦੀ ਸੀ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਸਾਰਾ ਦਿਨ ਆਪਾਂ ਬੈੱਡ ਤੇ ਪਏ ਰਹਿੰਦੇ ਆ, ਤਾਂ ਉਹਦੇ 'ਚ ਕੀ ਕਰਨਾ ਹੈ ਕਿ ਮੈਂ ਮਾਰਨਿੰਗ 'ਚ ਜਦੋਂ ਮੈਂ ਉੱਠਦਾ ਸੀਗਾ 5:30-6 ਵਜੇ, ਉੱਠ ਕੇ ਆਪਣਾ ਫਰੈਸ਼ ਵਗੈਰਾ ਹੋ ਕੇ ਤੇ ਅੱਧਾ ਪੌਣਾ ਘੰਟਾ ਆਪਣਾ ਕੋਈ ਨਿਤਨੇਮ ਵਗੈਰਾ ਮੈਂ ਕਰਦਾ ਸੀਗਾ, ਪੂਜਾ ਪਾਠ। ਤੇ ਉਹ ਉਸ ਤੋਂ ਬਾਅਦ ਮੈਂ ਕੁਝ ਐਕਸਰਸਾਈਜ਼ਸ, ਬਰੀਥਿੰਗ ਐਕਸਰਸਾਈਜ਼ਸ, ਬੈਲੂਨ ਗੁਬਾਰੇ ਨੂੰ ਜਿਵੇਂ ਆਪਾਂ ਬਚਪਨ 'ਚ ਫਲਾਉਂਦੇ ਆ ਉਹਦੇ ਨਾਲ, ਕਿਉਂਕਿ ਲੰਗਸ ਦਾ ਜਿਹੜਾ ਹੈਗਾ ਐਕਸਪੈਂਸ਼ਨ ਹੁੰਦੀ ਹੈ, ਔਰ ਲੰਗਸ ਉਹ ਕੀਤਾ। ਉਸ ਤੋਂ ਬਾਅਦ ਬਰੀਥਿੰਗ ਐਕਸਰਸਾਈਜ਼ਸ ਕੁਝ ਕੀਤੀਆਂ 2-3 ਵਾਰ ਦਿਨ 'ਚ ਮੈਂ ਇਹ ਕਰਦਾ ਰਿਹਾ, ਮੇਰੀ ਦਿਨਚਰਿਆ ਸੀ। ਉਸ ਤੋਂ ਬਾਅਦ ਕੁਝ ਸਪਲੀਮੈਂਟਸ ਉਹਨਾਂ ਨੇ B ਕੰਪਲੈਕਸ ਜਾਂ ਕੋਈ ਗੈਸਟ੍ਰਿਕ ਵਾਸਤੇ ਜਾਂ SOS ਵਾਸਤੇ ਪੈਰਾਸੀਟਾਮੋਲ ਵਗੈਰਾ ਦਿੱਤੀ ਸੀ, ਬਟ ਲੱਕੀਲੀ ਮੈਨੂੰ ਘਰ ਆਉਣ ਤੋਂ ਬਾਅਦ ਕੋਈ ਵੀ ਇਦਾਂ ਦੀ ਮੇਜਰ ਪ੍ਰੋਬਲਮ ਨਹੀਂ ਆਈ ਕਿ ਮੈਨੂੰ ਦੁਬਾਰਾ ਕੰਸਲਟ ਕਰਨਾ ਪਏ। ਜੋ ਉਹਨਾਂ ਨੇ ਮੈਡੀਕੇਸ਼ਨ ਪ੍ਰਸਕ੍ਰਾਈਬ ਕੀਤੀ ਸੀ 10 ਦਿਨ ਵਾਸਤੇ, ਉਹ ਮੈਂ ਘਰ ਆ ਕੇ ਪੂਰੀ ਕੀਤੀ, ਔਰ 17 ਦਿਨ ਮੈਂ 17 ਡੇਜ਼ ਪੂਰੇ ਕੀਤੇ, ਕਿਉਂਕਿ 17 ਡੇਜ਼ ਤੋਂ ਬਾਅਦ ਇਹ ਜਿਹੜੀ ਹੈ WHO ਦੀ ਹਦਾਇਤਾਂ ਹੈ, ਪਲੱਸ ਡਾਕਟਰਸ ਜਦੋਂ ਵੀ ਮੈਂ ਕੰਸਲਟ ਕੀਤਾ ਉਹ ਇਹ ਕਹਿੰਦੇ ਸੀ ਕਿ 17 ਦਿਨ ਤੋਂ ਬਾਅਦ ਤੁਹਾਨੂੰ ਇਨਫੈਕਸ਼ਨ ਕਿਸੇ ਤੋਂ ਨਹੀਂ ਹੋ ਸਕਦੀ, ਨਾ ਹੀ ਤੁਸੀਂ ਕਿਸੇ ਨੂੰ ਇਨਫੈਕਟ ਕਰ ਸਕਦੇ ਹੋ। ਤਾਂ ਫਿਰ ਮੈਂ 17 ਦਿਨ ਤੋਂ ਬਾਅਦ ਆਪਣੀ ਡਿਊਟੀ ਜੁਆਇਨ ਕਰ ਲਈ। ਕੁਝ ਇੰਪੋਰਟੈਂਟ ਗੱਲਾਂ ਇਸ 'ਚ ਹੈਗੀਆਂ ਕਿ ਜਦੋਂ ਤੁਸੀਂ ਬੈੱਡ ਤੇ ਹੁੰਦੇ ਹੋ, ਇੰਨੀ ਦੇਰ ਬੈੱਡ ਤੇ ਲੇਟੇ ਤੁਸੀਂ ਬੰਦਾ ਬੋਰ ਹੋ ਜਾਂਦਾ, ਤਾਂ ਵੈਸੇ ਵੀ ਅਦਰਵਾਈਜ਼ ਆਲਸੋ ਬਲੱਡ ਕਲੌਟਿੰਗ ਦਾ ਖਤਰਾ ਰਹਿੰਦਾ। ਤਾਂ ਹਰ 4 ਘੰਟੇ ਦੇ ਬਾਅਦ ਤੁਸੀਂ 6 ਮਿੰਟ ਵਾਕ ਕਰਨੀ ਹੈ, ਔਰ ਉਹਦੇ ਲਈ ਆਪਾਂ ਨੂੰ ਕੋਈ 3-4 ਚੀਜ਼ਾਂ ਜ਼ਰੂਰੀ। ਇੱਕ ਤਾਂ ਆਕਸੀਮੀਟਰ 1000-1200 ਰੁਪਏ ਦਾ ਆ ਜਾਂਦਾ ਹੈ, ਇੱਕ ਥਰਮਾਮੀਟਰ ਜਿਹੜਾ ਡਿਜੀਟਲ ਥਰਮਾਮੀਟਰ ਜਿਹਨੂੰ ਆਪਾਂ ਕਹਿੰਦੇ ਮੂੰਹ ਚਲਾਉਂਦੇ ਆ, ਉਹ ਜ਼ਰੂਰ ਚਾਹੀਦਾ, ਕਿਉਂਕਿ ਐਕੂਰੇਟ ਜਿਹੜਾ ਟੈਂਪਰੇਚਰ ਹੈ ਉਹੀ ਦੱਸਦਾ। ਔਰ ਉਸ ਤੋਂ ਇਲਾਵਾ ਜਿਹੜਾ ਆਕਸੀਮੀਟਰ ਹੈ, ਆਕਸੀਮੀਟਰ ਆਪਾਂ ਖਾਸ ਕਰਕੇ ਰਾਈਟ ਹੈਂਡ ਦੀ ਮਿਡਲ ਫਿੰਗਰ 'ਚ ਜੇ ਅਗਰ ਲਗਾ ਲਿਆ ਜਾਵੇ ਤਾਂ ਕਾਫੀ ਐਕੂਰੇਟ ਆਉਂਦੀ ਹੈ ਉਹਦੇ ਨਾਲ ਰੀਡਿੰਗ। ਉਹ ਲਗਾ ਕੇ ਤਾਂ ਤੁਸੀਂ ਅਗਰ 5-6 ਮਿੰਟ ਦੇ ਕਰੀਬ ਚੱਲਦੇ ਔਰ ਤੁਹਾਨੂੰ ਉਸ ਤੋਂ ਪਤਾ ਲੱਗਣਾ ਚਾਹੀਦਾ ਕਿ ਤੁਹਾਡੇ ਲੰਗਸ ਦੀ ਹੈਲਥ ਕਿਵੇਂ ਹੈ, ਉਹ ਤੁਸੀਂ ਘਰ 'ਚ ਹੀ ਮੋਨੀਟਰ ਕਰ ਸਕਦੇ ਹੋ। ਅਗਰ ਉਹ ਆਕਸੀਜਨ 90 ਤੋਂ ਥੱਲੇ ਆ ਜਾਂਦੀ ਹੈ, ਦੈਟ ਮੀਨਸ ਯੂ ਆਰ ਟੂ ਬੀ ਹਸਪੀਟਲਾਈਜ਼, ਤੁਹਾਨੂੰ ਹਸਪਤਾਲ ਜਾਣਾ ਹੈ ਔਰ ਡਾਕਟਰ ਨੂੰ ਕੰਸਲਟ ਕਰਨਾ ਹੈ। ਅਗਰ ਉਹ 92, 93, 94 ਤੱਕ ਰਹਿੰਦੀ ਹੈ ਤਾਂ ਇਹਦਾ ਮਤਲਬ ਕੋਈ ਨਹੀਂ, ਕਿਉਂਕਿ ਅਰਲੀ ਮਾਰਨਿੰਗ ਵੈਸੇ ਹੀ ਆਕਸੀਜਨ ਬੋਡੀ 'ਚ ਘੱਟ ਹੁੰਦੀ ਹੈ, ਤਾਂ ਉਹ ਦੈਟ ਇਜ਼ ਤੁਸੀਂ ਫਾਈਨ, ਉਹਦੇ 'ਚ ਘਬਰਾਉਣ ਦੀ ਲੋੜ ਨਹੀਂ ਹੈ। ਲੇਕਿਨ ਹਰ 4 ਘੰਟੇ ਬਾਅਦ ਤੁਸੀਂ ਜ਼ਰੂਰ ਉੱਠ ਕੇ 5-6
ਮਿੰਟ ਲਈ ਕਮਰੇ 'ਚ ਹੀ ਜਿੱਥੇ ਤੁਸੀਂ ਆਈਸੋਲੇਸ਼ਨ 'ਚ ਹੈਗੇ ਹੋ ਉੱਥੇ ਜ਼ਰੂਰ ਚੱਲਣਾ ਹੈ। ਡਾਈਟ ਦੇ ਬਾਰੇ ਮੈਂ ਕਹਾਂਗਾ ਅਨਨੈਸੈਸਰੀ ਬਹੁਤ ਜ਼ਿਆਦਾ, ਕਿਉਂਕਿ ਆਪਾਂ ਬੈੱਡ ਤੇ ਪਏ ਆ, ਐਕਸਰਸਾਈਜ਼ ਕੋਈ ਹੈ ਨਹੀਂ, ਇੰਨੀ ਜ਼ਿਆਦਾ ਡਾਈਟ ਵੀ ਨਹੀਂ ਲੈ ਲੈਣੀ। ਹਾਂ, ਹੈਲਦੀ ਡਾਈਟ ਲਓ, ਪ੍ਰੋਟੀਨ ਰਿਚ ਲਓ, ਕੁਛ ਇੱਕ ਆਪਣੇ ਫਰੂਟਸ ਮਿਕਸ ਕਰ ਲਓ, ਇੱਕ ਦੋ ਵਾਰ 100 150 ਮਿਲੀਲੀਟਰ ਹਲਦੀ ਵਾਲਾ ਦੁੱਧ ਲੈ ਲਓ, ਕਾੜਾ ਲੈ ਲਓ ਇੱਕ ਦੋ ਵਾਰ, ਸਟੀਮ ਲੈ ਲਓ ਅਗਰ ਕੋਈ ਤੁਹਾਨੂੰ ਹੈਗੀ ਹੈ। ਉਹ ਇਹਦੇ 'ਚ ਕੁਛ ਇੱਕ ਚੀਜ਼ਾਂ ਹੈਗੀਆਂ, ਜਿਵੇਂ ਕੋਈ ਕਿਸੇ ਦਾ ਨੋਜ਼ ਬਲੌਕ ਹੋ ਜਾਂਦਾ ਉਹਦੇ ਲਈ ਨੇਜ਼ਲ ਡ੍ਰੌਪਸ ਤੁਸੀਂ ਯੂਜ਼ ਕਰ ਸਕਦੇ ਹੋ, ਉਹ ਕੋਈ ਪੁੱਛਣ ਦੀ ਲੋੜ ਨਹੀਂ ਹੈ। ਕਫ ਅਗਰ ਰਹਿੰਦੀ ਹੈ ਜਾਂ ਇਰੀਟੇਸ਼ਨ ਰਹਿੰਦੀ ਹੈ, ਤੁਸੀਂ ਕੌਫਸਿਲ ਵਗੈਰਾ ਜਾਂ ਵਾਟਐਵਰ ਕੋਈ ਜਿਹੜੀਆਂ ਗੋਲੀਆਂ ਹੈਗੀਆਂ ਚੂਸਣ ਵਾਲੀਆਂ ਉਹ ਖਾ ਸਕਦੇ ਹੋ। ਹਾਂ, 3 ਵਾਰ ਤੁਸੀਂ ਇੱਕ ਲਿਮਸੀ ਪਲੱਸ ਆਉਂਦੀ ਹੈ ਜਾਂ ਲਿਮਸੀ ਦੀ ਵਿਟਾਮਿਨ ਸੀ ਦੀ ਟੇਬਲੇਟ ਹੈ, ਉਹ 3 ਵਾਰ ਜ਼ਰੂਰ ਦਿਨ 'ਚ ਲੈਣੀ ਹੈ, ਕਿਉਂਕਿ ਉਹਦੇ ਨਾਲ ਵਿਟਾਮਿਨ ਸੀ ਔਰ ਜਿਹੜਾ ਵੀ ਕੋਈ ਤੁਸੀਂ ਫਰੂਟ ਦੇਖਦੇ ਹੋ ਉਹਦੇ 'ਚ ਵੀ ਤੁਸੀਂ ਗਾਵਾ ਲੈ ਸਕਦੇ ਹੋ ਜਾਂ ਮੌਸਮੀ ਵਗੈਰਾ ਲੈ ਸਕਦੇ ਹੋ, ਵਿਟਾਮਿਨ ਸੀ ਰਿਚ ਜਿਹੜੇ ਹੈ, ਬਿਕੋਜ਼ ਉਹ ਤੁਹਾਡੀ ਰਿਕਵਰੀ 'ਚ ਕਾਫੀ ਹੈਲਪ ਕਰਦੇ ਹਨ। ਤਾਂ ਇਸ ਤੋਂ ਇਲਾਵਾ ਮੈਂ ਤਾਂ ਇਹੀ ਐਂਡ 'ਚ ਜਿੱਥੇ ਮੈਂ ਦੀ ਸਮਾਪਤੀ ਵੱਲ ਜਾਣਾ ਕਿ ਜਿੰਨਾ ਤੁਸੀਂ ਆਪਣਾ ਇਸ ਚੀਜ਼ ਤੋਂ ਬਚਾਅ ਕਰ ਸਕਦੇ ਹੋ, ਅਗਰ ਲੋੜ ਨਹੀਂ ਹੈ ਤਾਂ ਕਾਈਂਡਲੀ ਸਾਡੀ ਤਾਂ ਕਿਉਂਕਿ ਡਿਊਟੀ ਐਸੀ ਹੈ, ਅਸੀਂ ਪਬਲਿਕ ਦੀ ਸੇਵਾ ਕਰਨੀ ਹੈ, 24 ਘੰਟੇ ਬਾਹਰ ਹੈ। ਔਰ ਮੈਂ ਖਾਸ ਕਰਕੇ ਆਪਣੇ ਜਿਹੜੇ ਮੇਰੇ ਕੁਲੀਗਸ ਹੈਗੇ ਆ, ਪੁਲਿਸ ਆਫਸਰਸ ਹੈ, ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਅੱਤਵਾਦ ਵੀ ਲੜਿਆ, ਹੰਡਾਇਆ, ਉਹਨੂੰ ਅਸੀਂ ਹਰਾਇਆ, ਪਰ ਇਹ ਜਿਹੜੀ ਚੀਜ਼ ਹੈ ਇੱਥੇ ਦੁਸ਼ਮਣ ਜਿਹੜਾ ਇਨਵਿਜ਼ੀਬਲ ਹੈ, ਇਹਨੇ ਪਤਾ ਨਹੀਂ ਕਦੋਂ ਕਿੱਥੋਂ ਕਿਸ ਰੂਪ 'ਚ ਤੁਹਾਨੂੰ ਪੈ ਜਾਣਾ ਹੈ। ਇਹ ਤੁਸੀਂ ਕੁਝ ਨਹੀਂ ਕਹਿ ਸਕਦੇ ਕਿ ਕਿਸ ਰੂਪ 'ਚ ਆ ਜਾਣਾ। ਉਹਦੇ 'ਚ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਵੀ ਹੁੰਦੀ ਸੀ, ਇਹਦੇ 'ਚ ਕੋਈ ਇਹ ਨਹੀਂ ਹੈ, ਇਹ ਅਨਇਨਫੋਰਮੈਂਟ ਆਏਗਾ ਔਰ ਤੁਹਾਨੂੰ ਘੇਰ ਲੇਗਾ। ਤਾਂ ਤੁਸੀਂ ਇਹਦੇ 'ਚ ਜਿੰਨੀ ਪ੍ਰੀਕਾਸ਼ਨ ਲੈ ਸਕਦੇ ਹੋ, ਆਮ ਪਬਲਿਕ ਵੀ ਜਨਰਲ ਪਬਲਿਕ ਵੀ ਜਿੰਨੀ ਪ੍ਰੀਕਾਸ਼ਨ ਤੁਸੀਂ ਲੈ ਸਕਦੇ ਹੋ। ਅਗਰ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਘਰ ਤੋਂ ਬਾਹਰ ਪਲੀਜ਼ ਨਾ ਨਿਕਲੋ, ਔਰ ਅਗਰ ਘਰ ਤੋਂ ਬਾਹਰ ਜਾਣਾ ਵੀ ਹੈ ਤਾਂ ਇੱਕ ਮੈਂਬਰ ਹੀ ਜਾਵੇ, ਔਰ ਉਹ ਜੇ ਕੋਈ ਜ਼ਰੂਰਤ ਦਾ ਸਮਾਨ ਹੈ ਲੈ ਕੇ ਅੰਦਰ ਆ ਜਾਏ, ਕਿਉਂਕਿ ਇਹ ਹਜੇ ਜਿਹੜੀ ਹੁਣ ਪੀਕ ਤੇ ਜਾ ਰਿਹਾ ਔਰ ਇਹ ਜਿਹੜਾ ਅਗਲਾ ਆਉਣ ਵਾਲਾ 1 ਮਹੀਨਾ ਹੈਗਾ ਇਹ ਬਹੁਤ ਹੀ ਜ਼ਿਆਦਾ ਆਪਣੇ ਲਈ ਟਫ ਹੈਗਾ। ਤੇ ਮੇਰੀ ਇਸ ਸਾਰਿਆਂ ਨੂੰ ਇਹੀ ਇੱਕ ਰਿਕੁਐਸਟ ਹੈ, ਬੇਨਤੀ ਹੈ ਹੱਥ ਜੋੜ ਕੇ ਕਿ ਜਿੰਨਾ ਤੁਸੀਂ ਇਹਦੇ 'ਚ ਆਪਣਾ ਬਚਾਅ ਕਰ ਸਕਦੇ ਹੋ ਕਰੋ। ਥੈਂਕ ਯੂ ਵੈਰੀ ਮਚ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।